मन माया में रम रहे हो, निकसत नाहि न मीत। नानक मूरत चित्र ज्यों, छाड़त नाहि न पीत। वाहिगुरु जी का खालसा, वाहिगुरु जी की फतेह। परम सन्मान योग जुगो जुग टल चवर छतर तखत दे मालिक। धन धन आदि साहिब श्री गुरु ग्रंथ साहिब महाराज जी दी पावन पवित्र हजूरी अंदर जुड़ बैठे सर्वत्र माई भाई बहुत वड्डिया भागां वाले हो, जो त्याग दी मूरत, वैराग और अनुराग दी मूरत, दीन दे रक्षक, जगत दी चादर, धन धन सतगुरु गुरु तेग बहादुर साहिब सच्चे पातशाह जियां दे 400 साला शताब्दी पुरब नूं समर्पित जो लड़ीवार सतगुरु गुरु तेग बहादुर महाराज जियां दी पवित्र बाणी नौवें महले दे सलोकां दी विचार चल रही है। अज दा ये पावन पवित्र सलोक श्री गुरु ग्रंथ साहिब महाराज जियां दे पावन अंग 1428 उत्ते सुभायमान है और सतगुरु जी का उचारण किया होया 57 सलोकां विचों ये 37वां सलोक है। सतगुरु गुरु तेग बहादुर महाराज जियां दी पावन पवित्र बाणी जो महाराज जियां ने बहुत सरल भाषा विच उचारण करके साडे दुनियावी जीवां दा भला कीता है। सतगुरु सच्चे पातशाह जी ने तकरीबन अपनी समुची बाणी विच ज़्यादातर मन की हालत की गल कीती। इस श्लोक तो पहला सतगुरु जी याद कराउंदे सानू भाई बचपन जवानी ते बुढ़ेपा ये तीन अवस्था में तेरा जीवन गुजर रहा है। अकाल पुरख वाहिगुरु जी का भजन कर, नहीं तो बचपन भी जवानी भी और बुढ़ेपा भी ये सब कुछ व्यर्थ ही रहेगा। फिर महाराज समझाते है भाई जो तू करन वास्ते आया सी वो कीता नहीं, संसार दी लोभ दी फाही विच तू फस गया। अकाल पुरख वाहिगुरु परमेश्वर परमात्मा नाल कदे सांझ नहीं बनाई। इस तरह सहजे सहजे बचपन तो जवानी बुढ़ेपा जीवन लंघ गया। अखीर विच पछतावा ही मनुख दे पल्ले रह जाता है। अज सतगुरु जी बख्शिश करदे कहंदे हे मेरे मित्र, ये जो मन है माया दे अंदर रमिया होया, भाव ओदी खिच दे अंदर है, उस नाल जुड़िया होया है। फिर उदाहरण दिंदे इस तरह जुड़िया होया है जिवें किसी कंध उत्ते चितरी हुई कोई मूर्त होवे। पातशाह जी ने दो शब्द बख्शिश किए श्लोक विच, मूर्त ते चित्र। वैसे मूर्त का अर्थ भी चित्र है, चित्र ते मूर्त जे वारी तौर पर गल करिए तो इक्को अर्थ हैं। पर इत्थे अज श्लोक विच चित्र का अर्थ है चितरिया होया। जो मूर्त किसी कंध उत्ते
ਭੀਤ ਕਹਿੰਦੇ ਨੇ ਕੰਧ ਨੂੰ, ਉਹਦੇ ਉੱਤੇ ਉੱਕਰ ਦਿੱਤੀ ਜਾਵੇ। ਤਾਂ ਸਾਧ ਸੰਗਤ ਜਿਵੇਂ ਉਹ ਮੂਰਤ ਉਸ ਕੰਧ ਨੂੰ ਛੱਡਦੀ ਨਹੀਂ, ਉਸ ਉੱਤੇ ਉੱਕਰੀ ਜਾਂਦੀ ਹੈ, ਇਸੇ ਤਰ੍ਹਾਂ ਇਹ ਸੰਸਾਰ ਦੀ ਮਾਇਆ, ਮਨੁੱਖ ਦਾ ਮਨ ਉਹਦੇ ਵਿੱਚ ਰਮ ਗਿਆ, ਭਾਵ ਹੁਣ ਉਸ ਤੋਂ ਵੱਖ ਨਹੀਂ ਹੋ ਰਿਹਾ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਸਾਧ ਸੰਗਤ ਮਾਇਆ ਦੀ ਫਿਰ ਗੱਲ ਕੀਤੀ। ਮਾਇਆ ਕਿਸ ਨੂੰ ਕਹਿੰਦੇ ਹਨ? ਮਾਇਆ ਕਿਸੇ ਦੇਸ਼ ਦੀ ਕੋਈ ਕਰੰਸੀ ਨਹੀਂ, ਕਿਸੇ ਸੋਨੇ ਨੂੰ, ਜਾਇਦਾਦ ਨੂੰ, ਕਰੰਸੀ ਨੂੰ ਕੱਲਾ ਮਾਇਆ ਨਹੀਂ ਕਿਹਾ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਆਨੰਦ ਸਾਹਿਬ ਦੀ ਬਾਣੀ ਵਿੱਚ ਕਹਿੰਦੇ, ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ। ਜਿਸ ਚੀਜ਼ ਕਰਕੇ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਵਿਸਰ ਜਾਏ, ਪ੍ਰਭੂ ਪਰਮਾਤਮਾ ਦੀ ਯਾਦ ਵਿਸਰ ਜਾਂਦੀ ਹੈ, ਉਹ ਹਰ ਚੀਜ਼ ਮਾਇਆ ਹੈ। ਤਾਂ ਸਤਿਗੁਰੂ ਜੀ ਸਮਝਾਉਂਦੇ, ਮਨੁੱਖੀ ਮਨ ਸੰਸਾਰ ਦੀ ਮਾਇਆ ਵਿੱਚ ਰਮ ਗਿਆ ਹੈ, ਔਰ ਇਹ ਸਰੀਰ ਨਾਲ ਜੁੜੇ ਹੋਏ ਇੰਦਰੇ ਉਸ ਮਾਇਆ ਦੇ ਨਸ਼ੇ ਵਿੱਚ ਘੂਕ ਨੀਂਦ ਵਿੱਚ ਸੁੱਤੇ ਹਨ। ਤਾਂ ਸਤਿਗੁਰੂ ਜੀ ਬਾਣੀ ਅੰਦਰ ਇੱਕ ਬਚਨ ਕਹਿੰਦੇ, ਇਸ ਗ੍ਰਹਿ ਮੈਂ ਕੋਈ ਜਾਗਤ ਰਹੈ, ਸਾਬਤ ਵਸਤੂ ਆਪਣੀ ਲਹੈ। ਜਦੋਂ ਮਹਾਰਾਜ ਜੀਆਂ ਨੇ ਸ਼ਬਦ ਦੀ ਆਰੰਭਤਾ ਕੀਤੀ, ਭਾਈ ਜਾਗਦਾ ਕੌਣ ਹੈ ਤੇ ਸੁੱਤਾ ਕੌਣ ਹੈ, ਤਾਂ ਉਹਦੇ ਵਿੱਚ ਸਤਿਗੁਰੂ ਜੀ ਬਖਸ਼ਿਸ਼ ਕਰਕੇ ਸਮਝਾਉਂਦੇ, ਕਹਿੰਦੇ ਭਾਈ ਮਨੁੱਖ ਦੇ ਇੰਦਰੇ ਜਿਹੜੇ ਹਨ ਉਹ ਮਾਇਆ ਦੀ ਨਸ਼ਾ ਦੀ ਨੀਂਦ ਵਿੱਚ ਬੇਹੋਸ਼ ਹੋ ਗਏ, ਭਾਵ ਸੁੱਤੇ ਹਨ, ਬੇਖਬਰ ਹਨ, ਔਰ ਬੇਹੋਸ਼ੀ ਵਿੱਚ ਹੀ ਮਨੁੱਖ ਦਾ ਪੂਰਾ ਜੀਵਨ ਇਸ ਤਰ੍ਹਾਂ ਗੁਜ਼ਰ ਜਾਂਦਾ ਹੈ। ਉੱਥੇ ਮਹਾਰਾਜ ਜੀ ਬਚਨ ਕਹਿੰਦੇ, ਰਸਨਾ ਸੋਈ ਲੋਭ ਮਿੱਠੇ ਸਾਧ, ਮਨ ਸੋਇਆ ਮਾਇਆ ਵਿਸਮਾਦ। ਜੀਭਾਂ ਝੂਠੇ ਸਵਾਦਾਂ ਵਿੱਚ ਸੁੱਤੀ ਹੈ, ਨੈਣ ਸੰਸਾਰ ਦੀਆਂ ਪਰ ਦ੍ਰਿਸ਼ਟ ਦੇ ਨਸ਼ੇ ਵਿੱਚ ਸੁੱਤੇ ਹਨ। ਇਸ ਲਈ ਮਹਾਰਾਜ ਕਹਿੰਦੇ, ਨੈਣੋ ਨੀਂਦ ਪਰ ਦ੍ਰਿਸ਼ਟ ਵਿਕਾਰ, ਸ਼ਰਵਣ ਸੋਏ ਸੁਣ ਨਿੰਦ ਵਿਚਾਰ। ਕੰਨ ਇੱਕ ਬੇਹੋਸ਼ੀ ਦੇ ਨਸ਼ੇ ਵਿੱਚ ਸੌਂ ਗਏ, ਇਹਨਾਂ ਕੰਨਾਂ ਨੂੰ ਦੂਸਰੇ ਦੀ ਨਿੰਦਿਆ ਵਿੱਚੋਂ ਰਸ ਆਉਣ ਲੱਗ ਪਿਆ, ਉਸ ਰਸ ਵਿੱਚ ਬੇਹੋਸ਼ ਹੋ ਜਾਂਦੇ। ਕਈਆਂ ਥਾਵਾਂ ਉੱਤੇ ਮਨ ਦੀ ਤੁਲਨਾ ਮਹਾਰਾਜ ਜੀ ਨੇ ਇੱਕ ਬੱਚੇ ਨਾਲ ਕੀਤੀ। ਜਿਵੇਂ ਇੱਕ ਬਾਲ ਅਵਸਥਾ ਬੱਚੇ ਦੀ ਅਵਸਥਾ ਹੈ, ਉਹ ਬਹੁਤ ਰੋਂਦਾ ਹੈ। ਜਦੋਂ ਮਾਂ ਉਸ ਨੂੰ ਦੁੱਧ ਪੀਣ ਵਾਸਤੇ ਦੇ ਦਿੰਦੀ, ਤਾਂ ਦੁੱਧ ਪੀਂਦਿਆਂ ਪੀਂਦਿਆਂ ਉਸ ਰਸ ਵਿੱਚ, ਉਸ ਨਸ਼ੇ ਵਿੱਚ ਉਹ ਸੌਂ ਜਾਂਦਾ। ਇਸ ਤਰ੍ਹਾਂ ਮਾਇਆ ਦੇ ਇਸ ਨਸ਼ੇ ਵਿੱਚ ਮਹਾਰਾਜ ਜੀ ਸਮਝਾਉਂਦੇ, ਭਾਈ ਤੇਰੇ ਅੰਦਰੇ ਸੌਂ ਗਏ, ਤੂੰ ਦੂਸਰਿਆਂ ਵੱਲ ਵੇਖ ਰਿਹਾ। ਇਹ ਮਨ ਦੇ ਅੰਦਰ ਵਿਚਾਰ ਕਰੋ। ਸਾਧ ਸੰਗਤ ਹਕੀਕਤ ਹੈ, ਮਨੁੱਖ ਦੂਜਿਆਂ ਉੱਤੇ ਨਜ਼ਰ ਰੱਖਦਾ ਹੈ, ਆਪਣੇ ਕਰਮਾਂ ਉੱਤੇ ਨਹੀਂ। ਆਪਾਂ ਨੂੰ ਦੂਸਰੇ ਦੀ ਵਸਤ ਚੰਗੀ ਲੱਗਦੀ ਹੈ, ਜੋ ਕੁਝ ਅਕਾਲ ਪੁਰਖ ਵਾਹਿਗੁਰੂ ਨੇ ਆਪਾਂ ਨੂੰ ਦਿੱਤਾ ਉਹ ਨਜ਼ਰ ਨਹੀਂ ਆਉਂਦਾ। ਪਰਵਾਨਾ ਸਾਹਿਬ ਨੇ ਇੱਕ ਦ੍ਰਿਸ਼ਟਾਂਤ ਦਿੱਤਾ ਇੱਕ ਪੁਸਤਕ ਵਿੱਚ, ਕਹਿੰਦੇ ਜਿਵੇਂ ਕੋਈ ਬੰਦਾ ਪਾਣੀ ਮੰਗ ਰਿਹਾ ਸੀ, ਉਹਦੇ ਸਾਹਮਣੇ ਅੱਧਾ ਗਲਾਸ ਪਾਣੀ ਦਾ ਉਹਨੂੰ ਕਿਸੇ ਨੇ ਦਿੱਤਾ, ਤਾਂ ਉਹ ਅੱਗੋਂ ਕਹਿੰਦਾ ਵੀ ਅੱਧਾ ਹੀ, ਤਾਂ ਅੱਧੇ ਗਲਾਸ ਨੂੰ ਉਹਨੇ ਇਗਨੋਰ ਕਰ ਦਿੱਤਾ, ਰਹਿਣ ਦੇ, ਪੀਣਾ ਨਹੀਂ। ਤਾਂ ਦੂਸਰਾ ਬਹੁਤ ਪਿਆਸਾ ਸੱਜਣ ਸੀ, ਉਹਨੇ ਕਿਹਾ ਜੇ ਪੂਰਾ ਭਰਿਆ ਨਹੀਂ, ਅੱਧਾ ਤਾਂ ਭਾਈ ਭਰਿਆ ਹੀ ਹੋਇਆ, ਉਹਨੂੰ ਪਿਆਸ ਸੀ, ਉਹਨੇ ਉਹ ਪੀ ਲਏ। ਸੋ ਕਿਸੇ ਵਾਸਤੇ ਅੱਧਾ ਗਲਾਸ ਵੀ ਅੱਧਾ ਭਰਿਆ ਹੋਇਆ, ਕਿਸੇ ਵਾਸਤੇ ਅੱਧਾ ਗਲਾਸ ਉਹ ਨਿੰਦਿਆਂ ਦਾ ਕਾਰਨ ਬਣ ਜਾਂਦਾ। ਇਸ ਤਰ੍ਹਾਂ ਮਨੁੱਖੀ ਮਨ ਦੀ ਸੋਚ ਹੈ। ਇਹ ਰੱਬ ਦੇ ਦਿੱਤੇ ਪਦਾਰਥਾਂ ਵਿੱਚ ਰੱਬ ਨਾਲ ਗਿਲਾ ਕਰਦਾ ਰਹਿੰਦਾ, ਦੂਸਰੇ ਵਾਂਗ ਮੈਨੂੰ ਨਹੀਂ ਦਿੱਤਾ, ਉਹਦੇ ਵਰਗੀ ਮੇਰੇ ਕੋਲ ਚੀਜ਼ ਨਹੀਂ, ਉਹ ਉਸ ਕੋਲ ਹੈ, ਮੇਰੇ ਕੋਲ ਕਿਉਂ ਨਹੀਂ। ਜੋ ਕੁਝ ਆਪਣੇ ਕੋਲ ਹੈ ਉਹ ਨਜ਼ਰ ਨਹੀਂ ਪੈਂਦਾ। ਇਸ ਤਰ੍ਹਾਂ ਇਹ ਮਾਇਆ ਦੀਆਂ ਗਰਸੀਆਂ ਹੋਈਆਂ ਅੱਖਾਂ, ਮਹਾਰਾਜ ਜੀ ਕਹਿੰਦੇ ਪਰਾਈ ਦ੍ਰਿਸ਼ਟ ਵਿੱਚ ਹੀ ਸੌਂ ਜਾਂਦੀਆਂ।
ਤਾਂ ਹਜ਼ੂਰ ਕਹਿੰਦੇ ਨੈਣੋ ਨੀਂਦ ਪਰ ਦ੍ਰਿਸ਼ਟ ਵਿਕਾਰ, ਸ਼ਰਵਣ ਸੋਏ ਸੁਣ ਨਿੰਦ ਵਿਚਾਰ। ਮਨ ਸੋਇਆ ਮਾਇਆ ਵਿਸਮਾਦ, ਇਸ ਗ੍ਰਹਿ ਮੈਂ ਕੋਈ ਜਾਗਤ ਰਹਿ, ਸਾਵਤ ਵਸਤੋ ਆਪਣੀ ਲਹਿ। ਇੱਥੋਂ ਤੱਕ ਮਹਾਰਾਜ ਜੀਆਂ ਨੇ ਜ਼ਿਕਰ ਕੀਤਾ ਜਿਵੇਂ ਕੰਧ ਉੱਤੇ ਚਿੱਤਰ ਮੂਰਤ ਉਕਰੀ ਗਈ, ਏਦਾਂ ਮਨ ਮਾਇਆ ਵਿੱਚ ਰਮ ਗਿਆ। ਤੇ ਮਹਾਰਾਜ ਜੀ ਸਮਝਾਉਂਦੇ ਭਾਈ ਫਿਰ ਇਹਦੀ ਨਿਸ਼ਾਨੀ ਵੀ ਹੈ ਕੋਈ, ਕਿਸੇ ਉੱਤੇ ਸੰਸਾਰ ਦੀ ਮਾਇਆ ਦਾ ਅਸਰ ਹੋ ਰਿਹਾ, ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦਾ ਨਹੀਂ। ਤਾਂ ਫਿਰ ਮਹਾਰਾਜ ਜੀ ਉਹ ਅਵਸਥਾ ਵੀ ਸਮਝਾਉਂਦੇ, ਕਹਿੰਦੇ ਉਸ ਬੰਦੇ ਦੀ ਹਾਲਤ, ਕਿਉਂਕਿ ਮਾਇਆ ਐਸੀ ਮੋਹਣੀ ਭਾਈ, ਜਿੱਤੇ ਜੀਤ ਤੇ ਡਹਿਕਾਈ, ਇਹਨੇ ਕੋਈ ਛੱਡਿਆ ਨਹੀਂ। ਇੱਥੋਂ ਤੱਕ ਮੋਹਣੀ ਮੋਹ ਲਿਆ ਤ੍ਰੈ ਗੁਣੀਆਂ, ਲੋਭ ਵਿਆਪੀ ਝੂਠੀ ਦੁਨੀਆ। ਇਹਨੇ ਰਜਗੁਣ ਤਮਗੁਣ ਸਤਗੁਣ ਵਿੱਚ ਹਰ ਅਵਸਥਾ ਵਿੱਚ ਲੋਕਾਂ ਨੂੰ ਠੱਗ ਲਿਆ। ਤਾਂ ਉੱਥੇ ਮਹਾਰਾਜ ਜੀ ਬਚਨ ਕਹਿੰਦੇ ਮਾਥੇ ਦ੍ਰਿਸ਼ਟ, ਕਹਿੰਦੇ ਭਾਈ ਮੱਥੇ ਉੱਤੇ ਉਹਦੇ ਤਿਉੜੀ ਰਹਿੰਦੀ ਹੈ, ਦ੍ਰਿਸ਼ਟੀ ਵਿੱਚ ਉਹਦੇ ਕ੍ਰੋਧ ਰਹਿੰਦਾ ਹੈ। ਤੇ ਦ੍ਰਿਸ਼ਟ ਵਿੱਚ ਕ੍ਰੋਧ, ਮੱਥੇ ਉੱਤੇ ਤਿਉੜੀ, ਰਸਨਾ ਉੱਤੇ ਬਹੁਤ ਕੌੜੇ ਬੋਲ, ਉਹਨੂੰ ਕਹਿੰਦੇ ਭਾਈ ਇਹਨੂੰ ਮਾਇਆ ਦਾ ਡੰਗ ਵੱਜਿਆ ਹੋਇਆ। ਤਾਂ ਸਤਿਗੁਰੂ ਜੀ ਬਾਣੀ ਅੰਦਰ ਕਹਿੰਦੇ ਮਾਥੇ ਤ੍ਰਿਕੁਟੀ ਦ੍ਰਿਸ਼ਟ ਕਰੂਰ, ਬੋਲੇ ਕੌੜਾ ਜਿਹਵਾ ਕੀ ਫੂੜ, ਮਨ ਮਾਇਆ ਮੈਂ ਰਮ ਰਹਿਓ। ਨਿਸ਼ਾਨੀ ਹੈ ਉਹਦੀ ਕਿ ਮਾਥੇ ਤ੍ਰਿਕੁਟੀ ਦ੍ਰਿਸ਼ਟ ਕਰੂਰ, ਬੋਲੇ ਕੌੜਾ ਜਿਹਵਾ ਕੀ ਫੂੜ, ਮਾਇਆ ਐਸੀ ਮੋਣੀ ਭਾਈ, ਜੀਤੇ ਜੀਤੇ ਤੇ ਡਹਿਕਾਈ। ਫਿਰ ਮਹਾਰਾਜ ਜੀ ਤੋਂ ਸਵਾਲ ਕੀਤਾ, ਮਹਾਰਾਜ ਜੇ ਮਾਇਆ ਵਿੱਚ ਇਸ ਤਰ੍ਹਾਂ ਮਨ ਰਮ ਜਾਏ ਤਾਂ ਇਹਦਾ ਕੋਈ ਇਲਾਜ ਨਹੀਂ ਹੈ? ਤਾਂ ਸਤਿਗੁਰੂ ਜੀ ਕਹਿੰਦੇ ਭਾਈ ਜਿੱਥੋਂ ਲੋਕ ਇਲਾਜ ਲੱਭ ਰਹੇ ਉੱਥੇ ਇਲਾਜ ਹੈ ਹੀ ਨਹੀਂ। ਜਿਹੜੀ ਚੀਜ਼ ਨਾਲ ਬਚਣਾ ਚਾਹੁੰਦੇ ਉਹ ਦਾਰੂ ਨਹੀਂ ਹੈ ਇਸ ਚੀਜ਼ ਦੀ। ਤਾਂ ਸਤਿਗੁਰੂ ਜੀ ਕਹਿੰਦੇ ਲੋਕ ਆਪਣੀ ਤ੍ਰਿਸ਼ਨਾ ਬੁਝਾਉਣ ਚਾਹੁੰਦੇ ਵੀ ਹੋਰ ਮਾਇਆ ਇਕੱਠੀ ਹੋ ਜਾਏ, ਫਲਾਨੇ ਵਾਲੀ ਚੀਜ਼ ਮੇਰੇ ਕੋਲ ਆ ਜਾਏ, ਉਹਦੇ ਵਾਲੀਆਂ ਵਡਿਆਈਆਂ ਵੀ ਮੈਨੂੰ ਮਿਲ ਜਾਣ। ਇਸ ਤਰ੍ਹਾਂ ਉਹ ਸਭ ਕੁਝ ਪ੍ਰਾਪਤ ਹੋਣ ਤੋਂ ਬਾਅਦ ਉਹ ਮਨੁੱਖ ਫਿਰ ਉਸੇ ਤ੍ਰਿਸ਼ਨਾ ਦੀ ਅੱਗ ਵਿੱਚ ਜਾਂ ਪਿਆਸ ਵਿੱਚ ਪਿਆਸਾ ਹੀ ਰਹਿੰਦਾ। ਇਹਦੇ ਬਾਰੇ ਮਹਾਰਾਜ ਜੀ ਨੇ ਕਈ ਉਦਾਹਰਨਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਦਿੱਤੀਆਂ ਸਮਝਾਉਣ ਵਾਸਤੇ। ਕਹਿੰਦੇ ਇਸ ਤਰ੍ਹਾਂ ਮਾਇਆ ਹੈ ਭਾਈ, ਜਿਵੇਂ ਦੂਰ ਸੜਕ ਉੱਤੇ ਵੇਖੋ ਤਾਂ ਸੂਰਜ ਚਮਕਦਾ ਇੰਝ ਲੱਗਦਾ ਜਿਵੇਂ ਪਾਣੀ ਖਲੋਤਾ ਹੈ, ਪਰ ਜਦੋਂ ਉਸ ਦੇ ਨਜ਼ਦੀਕ ਜਾਓਗੇ ਤਾਂ ਉਹ ਸੁੱਕੀ ਸੜਕ ਨਜ਼ਰ ਆਉਂਦੀ। ਮਾਰੂਥਲ ਦੇ ਅੰਦਰ ਚਮਕਦਾ ਹੋਇਆ ਰੇਤ ਹਿਰਨ ਵਾਸਤੇ ਲੱਗਦਾ ਉਹ ਮੇਰੀ ਚੀਜ਼, ਮੇਰੀ ਖੁਰਾਕ ਹੈ, ਪਰ ਜਦੋਂ ਉਹਦੇ ਕੋਲ ਉਹ ਪਹੁੰਚ ਜਾਂਦੀ ਤਾਂ ਸਾਧ ਸੰਗਤ ਉਹਨੂੰ ਪ੍ਰਾਪਤੀ ਨਹੀਂ ਹੁੰਦੀ ਉਹ ਚੀਜ਼ ਦੀ। ਮਹਾਰਾਜ ਜੀ ਫਿਰ ਉੱਥੇ ਸਮਝਾਉਂਦੇ, ਕਹਿੰਦੇ ਭਾਈ ਇਸ ਤਰ੍ਹਾਂ ਮਨੁੱਖ ਤ੍ਰਿਸ਼ਨਾ ਉਹਦੀ ਬੁਝਦੀ ਨਹੀਂ ਹੈ, ਉਹ ਫਿਰ ਹੋਰ ਹੋਰ ਮੰਗਦਾ ਰਹਿੰਦਾ। ਤਾਂ ਸਤਿਗੁਰੂ ਜੀ ਨੇ ਬਾਣੀ ਅੰਦਰ ਬਚਨ ਕਹੇ, ਕਹਿੰਦੇ ਇਹਦਾ ਇਲਾਜ ਵੀ ਹੈ, ਕੋਈ ਵਸ ਵਿੱਚ ਵੀ ਆਉਂਦਾ। ਤਾਂ ਹਜ਼ੂਰ ਨੇ ਉੱਥੇ ਬਚਨ ਕਹੇ, ਕਹਿੰਦੇ ਨਹੀਂ ਭਾਈ ਉਨ ਤੇ ਰੱਖ ਮੀਤ ਨਾ ਭਾਈ। ਕੋਈ ਕਵੇ ਮੇਰੇ ਮਿੱਤਰ ਭਰਾ ਮੈਨੂੰ ਇਸ ਮਾਇਆ ਦੇ ਪ੍ਰਭਾਵ ਤੋਂ, ਲੋਭ ਤੋਂ, ਈਰਖਾ ਤੋਂ, ਬੈਰ ਵਿਰੋਧ ਤੋਂ, ਮਨ ਦੀ ਹਾਲਤ ਤੋਂ ਬਚਾ ਲੈਣਗੇ। ਸਰੀਰ ਕਰਕੇ ਕੋਈ ਬਾਹਰੋਂ ਸਹਾਇਤਾ ਕਰ ਸਕਦਾ, ਮਨ ਦੀ ਅਵਸਥਾ ਜਿਹੜੀ ਹੈ ਉਹ ਦੁਨੀਆ ਦੀ ਕੋਈ ਵੀ ਚੀਜ਼ ਤਬਦੀਲ ਨਹੀਂ ਕਰ ਸਕਦੀ। ਮਨ ਦੀ ਅਵਸਥਾ ਨੂੰ ਸੰਸਾਰ ਵਿੱਚੋਂ ਨਹੀਂ ਬਦਲਿਆ ਜਾ ਸਕਦਾ, ਸੰਸਾਰ ਦੇ ਪਦਾਰਥਾਂ ਨਾਲ ਉਹਨੂੰ ਬਦਲਿਆ ਨਹੀਂ ਜਾ ਸਕਦਾ, ਕਿਉਂਕਿ ਪਦਾਰਥ ਜਿਹੜਾ ਹੈ ਉਹ ਸੰਪੂਰਨ ਨਹੀਂ ਹੈ। ਇਸ ਲਈ ਮਹਾਰਾਜ ਉੱਥੇ ਬਚਨ ਕਹਿੰਦੇ, ਉਨ ਤੇ ਰੱਖ ਮੀਤ ਨਾ ਭਾਈ। ਕਹਿੰਦੇ ਉਹਨਾਂ ਤੋਂ ਕੋਈ ਉਸ ਮਾਇਆ ਦੇ ਪ੍ਰਭਾਵ ਤੋਂ ਭੈਣ ਭਰਾ ਮਿੱਤਰ ਕੋਈ ਵੀ ਨਹੀਂ ਬਚਾ ਸਕਦਾ।
उनते राखै बाप न माई, उनते राखै मीत न भाई। धर्म सियाणप न होए रहते, साध संगत तो दुष्ट वस होते। ਤਾਂ ਮਹਾਰਾਜ ਜੀ ਫਿਰ ਵਸ ਕਿਵੇਂ ਹੁੰਦੇ? ਕਹਿੰਦੇ ਸਾਧ ਸੰਗਤ ਵਿੱਚ ਜੁੜ ਕੇ। नाकों काटी कानों काटी, काट कूट के डारी। कहो कबीर संतन की बैरन, तीन लोक की प्यारी। ਜਿਹਨੂੰ ਤਿੰਨਾਂ ਲੋਕਾਂ ਵਿੱਚ ਲੋਕ ਪਿਆਰ ਕਰਦੇ ਨੇ, ਕਹਿੰਦੇ ਭਾਈ ਸੰਤ ਜਨਾਂ ਦੀ ਬੈਰਨ ਹੈ। ਪੁੱਛਿਆ ਮਹਾਰਾਜ ਤੁਸੀਂ ਇਸ ਮਾਇਆ ਦੇ ਰਮਣ ਤੋਂ ਕਿਵੇਂ ਬਚ ਗਏ? ਤਾਂ ਫਿਰ ਸਿੱਧਾ ਮਹਾਰਾਜ ਨੇ ਬਖਸ਼ਿਸ਼ ਕੀਤੀ, ਕਹਿੰਦੇ ਇੱਕੋ ਰਸਤਾ ਹੈ, ਸਤਿਗੁਰ ਦੀ ਸ਼ਰਨ ਵਿੱਚ ਪੈ। ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੀ ਜ਼ਿਆਦਾਤਰ ਬਾਣੀ ਅਕਾਲ ਪੁਰਖ ਦੀ ਸ਼ਰਨ ਲੈਣ ਵਾਸਤੇ ਸ਼ਬਦ ਤੁਸੀਂ ਸੁਣੋਗੇ। ਇਸ ਲਈ ਭਗਤ ਕਬੀਰ ਸਾਹਿਬ ਉੱਥੇ ਫਿਰ ਸਾਨੂੰ ਰਸਤਾ ਦੱਸਦੇ। ਕਹਿੰਦੇ ਇਹ ਨਹੀਂ ਵੀ ਮਾਇਆ ਆਉਂਦੀ ਨਹੀਂ ਹੈ, ਕਹਿੰਦੇ ਭਗਤਾਂ ਕੋਲ ਵੀ ਆਉਂਦੀ ਹੈ, ਜਪਣ ਵਾਲਿਆਂ ਕੋਲ ਵੀ ਆਉਂਦੀ ਹੈ, ਰੂਪ ਧਾਰ ਕੇ ਵੱਖਰੇ ਵੱਖਰੇ ਰੂਪ ਬਟਾ ਕੇ। ਕਹਿੰਦੇ ਸਾਡੇ ਕੋਲ ਵੀ ਆਈ। ਕਬੀਰ ਆਈ ਮੁਝੇ ਪੈ, ਅਨਕ ਕਰੇ ਕਰ ਪੇਸ। ਫਿਰ ਕੀ ਹੋਇਆ? ਕਹਿੰਦੇ ਹਮ ਰੱਖੇ ਗੁਰ ਆਪਣੇ, ਉਨ ਕੀਨੋ ਆਦੇਸ। ਕਹਿੰਦੇ ਸਾਨੂੰ ਤਾਂ ਸਾਡੇ ਗੁਰੂ ਨੇ ਬਚਾ ਲਿਆ, ਗੁਰੂ ਦੇ ਸ਼ਬਦ ਨੇ ਰੱਖਿਆ ਕਰ ਲਈ। ਉਨ ਕੀਨੋ ਆਦੇਸ ਦਾ ਅਰਥ ਮਾਇਆ ਫਿਰ ਨਮਸਕਾਰ ਕਰਕੇ ਗਈ। ਬੜੀ ਸੁੰਦਰ ਗਾਥਾ ਇੱਕ ਪੰਚਤੰਤਰ ਗ੍ਰੰਥ ਵਿੱਚ ਆਈ। ਕਹਿੰਦੇ ਇੱਕ ਭਗਤੀ ਕਰਨ ਵਾਲਾ ਭਗਤ, ਤਾਂ ਉਹਦੇ ਘਰ ਵਿੱਚ ਇੱਕ ਸਾਧੂ ਆ ਗਿਆ। ਉਹ ਸਾਧੂ ਹੀ ਰੱਬ ਦੀ ਮੂਰਤ। ਤਾਂ ਕਹਿੰਦੇ ਉਸੇ ਦਿਨ ਮਾਇਆ ਨੇ ਆਪਣਾ ਰੂਪ ਧਾਰਨ ਕੀਤਾ, ਆਪਣੇ ਗਲ ਵਿੱਚ ਸੋਨੇ ਦੇ ਹਾਰ, ਸੋਨੇ ਦੇ ਗਹਿਣੇ ਪਾ ਕੇ। ਸਮਝਣ ਵਾਸਤੇ ਗਾਥਾ, ਕਹਿੰਦੇ ਉਹ ਮਾਇਆ ਵੀ ਹਾਥੀ ਤੇ ਸਵਾਰ ਹੋ ਕੇ ਉਹਦੇ ਘਰ ਆ ਗਈ। ਆ ਕੇ ਦਰਵਾਜ਼ਾ ਖੜਕਾਇਆ। ਕਹਿੰਦੇ ਭਾਈ ਭਗਤਾਂ ਦਰਵਾਜ਼ਾ ਖੋਲ। ਉਹ ਕਹਿੰਦੇ ਜੀ ਤੁਸੀਂ ਕੌਣ ਹੋ? ਕਹਿੰਦੇ ਮੈਂ ਮਾਇਆ ਹਾਂ। ਕਹਿੰਦੇ ਜੀ ਕੰਮ ਦੱਸੋ। ਤਾਂ ਉਹ ਭਗਤ ਨੂੰ ਕਹਿੰਦੀ ਵੀ ਕੰਮ ਕੋਈ ਨਹੀਂ, ਮੈਨੂੰ ਜਲ ਪਾਣੀ ਛਕਾਓ। ਤਾਂ ਉਹ ਜਪਣ ਵਾਲਾ ਭਗਤ ਉਹ ਕਹਿੰਦਾ ਜੀ ਮੇਰੇ ਘਰ ਤਾਂ ਸੰਤ ਮਹਾਂਪੁਰਸ਼ ਆਏ ਹੋਏ ਆ। ਤਾਂ ਉਹ ਮਾਇਆ ਕਹਿੰਦੀ ਭਗਤਾ ਮੈਨੂੰ ਨਹੀਂ ਪਤਾ ਤੈਨੂੰ ਕੋਈ ਸੰਤ ਮਹਾਂਪੁਰਸ਼ ਕੋਈ ਦੇਣ ਜਾਂ ਨਾ ਦੇਣ, ਪਰ ਮੈਨੂੰ ਮੇਰਾ ਪਤਾ ਹੈ ਜੇ ਤੂੰ ਮੈਨੂੰ ਜਲ ਪਾਣੀ ਛਕਾਵੇਂ ਤਾਂ ਜਿਹੜੇ ਭਾਂਡੇ ਵਿੱਚ ਮੈਂ ਜਲ ਪਾਣੀ ਛਕਦੀ ਉਹ ਸੋਨੇ ਦੇ ਭਾਂਡੇ ਹੁੰਦੇ ਨੇ, ਮੇਰੇ ਆਪਣੇ ਹੁੰਦੇ ਨੇ, ਪੀਣ ਤੋਂ ਬਾਅਦ ਮੈਂ ਉੱਥੇ ਹੀ ਸੁੱਟ ਦਿੰਦੀ। ਤਾਂ ਭਗਤਾ ਤੂੰ ਜਲ ਛਕਾ ਇਕੱਲਾ। ਫਿਰ ਤਾਂ ਕਹਿੰਦੇ ਜਦੋਂ ਉਸ ਭਗਤ ਨੇ ਘੜੇ ਵਿੱਚੋਂ ਜਲ ਲਿਆਂਦਾ, ਮਾਇਆ ਨੇ ਆਪਣੇ ਸੋਨੇ ਦੇ ਕਟੋਰੇ 'ਚ ਪਵਾਇਆ, ਪੀਣ ਤੋਂ ਬਾਅਦ ਸੋਨਾ ਸੁੱਟ ਦਿੱਤਾ। ਉਹ ਸੋਨੇ ਦਾ ਕਟੋਰਾ ਭਗਤ ਨੇ ਚੁੱਕ ਲਿਆ। ਤਾਂ ਫਿਰ ਉਹ ਹੱਥ ਜੋੜ ਕੇ ਕਹਿੰਦਾ ਜੀ ਪ੍ਰਸ਼ਾਦਾ ਵੀ ਛਕਦੇ ਜਾਓ, ਕਿਉਂਕਿ ਜਲ ਛਕਣ ਲਈ ਇੱਕ ਬਰਤਨ, ਪ੍ਰਸ਼ਾਦਾ ਤਾਂ 5-6 ਵਿੱਚ ਛਕੇਗੀ। ਤਾਂ ਕਹਿੰਦੇ ਮਾਇਆ ਨੇ ਕਿਹਾ ਪਹਿਲਾਂ ਸੰਤ ਮਹਾਂਪੁਰਸ਼ ਆਪਣੇ ਘਰੋਂ ਕੱਢ, ਜਿਨ੍ਹਾਂ ਦੀ ਸਤਸੰਗ ਕਰ ਰਿਹਾ ਉਹ ਕੱਢ, ਜਿਹਨਾਂ ਦੇ ਨਾਲ ਸਤਸੰਗਤ ਹੋ ਰਹੀ ਹੈ, ਫਿਰ ਮੈਂ ਤੇਰੇ ਘਰ ਜਾਵਾਂਗੀ। ਤਾਂ ਕਹਿੰਦੇ ਉਸ ਬੰਦੇ ਨੇ ਸੰਤ ਮਹਾਂਪੁਰਸ਼ਾਂ ਨੂੰ ਕਿਹਾ ਮਹਾਰਾਜ ਤੁਸੀਂ ਹੁਣ ਘਰ ਤੋਂ ਪ੍ਰਸਥਾਨ ਕਰੋ, ਮੇਰੇ ਘਰ ਵਿੱਚ ਮਾਇਆ ਆਈ, ਪਹਿਲਾਂ ਮੈਂ ਉਹਦੀ ਸੇਵਾ ਕਰ ਲਾਂ। ਸੋ ਜਦੋਂ ਮਾਇਆ ਨੂੰ ਉਹਨੇ ਘਰ ਬਿਠਾਇਆ ਪ੍ਰਸ਼ਾਦਾ ਛਕਾਉਣ ਲਈ, ਉਸੇ ਵਕਤ ਉੱਠ ਕੇ ਬਾਹਰ ਚਲੀ ਗਈ। ਤਾਂ ਉਹ ਪੁੱਛਦਾ ਭਗਤ ਹੁਣ ਕਿਉਂ ਚਲੇ ਗਏ? ਉਹ ਕਹਿੰਦੇ ਭਾਈ ਜਿੱਥੇ ਸਤਸੰਗ ਹੁੰਦਾ ਹੋਵੇ ਉੱਥੇ ਅਸੀਂ ਰੂਪ ਧਾਰ ਕੇ ਆਈਦਾ, ਕਿਸੇ ਨਾ ਕਿਸੇ ਰੂਪ ਵਿੱਚ ਜਪਣ ਵਾਲਿਆਂ ਨੂੰ ਠੱਗ ਲਈਦਾ। ਤੂੰ ਠੱਗਿਆ ਗਿਆ। ਤੇ ਜਿੱਥੇ ਮਾਇਆ ਆ ਜਾਏ ਇਹ ਸੱਚ ਹੈ, ਉੱਥੇ ਸਤਸੰਗ ਨਹੀਂ ਰਹਿੰਦਾ। ਜਿੱਥੇ ਮਾਇਆ ਆ ਜਾਏ ਉੱਥੇ ਜਪਣ ਵਾਲਿਆਂ ਦਾ ਜਾਪ ਘਟ ਜਾਂਦਾ, ਉੱਥੇ ਰੁਚੀ ਮਾਇਆ ਆਪਣੇ ਵੱਲ ਖਿੱਚ ਲੈਂਦੀ ਹੈ। ਇਸ ਲਈ ਸਾਧ ਸੰਗਤ ਮਾਇਆ ਦੀ ਬਹੁਤ ਵੱਡੀ ਸ਼ਕਤੀ। ਤਾਈਓ ਮਹਾਰਾਜ ਜੀ ਨੇ ਅੱਜ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਮਨ ਮਾਇਆ ਵਿੱਚ ਰਮਿਆ ਹੋਇਆ, ਕਿਉਂਕਿ ਮਨ ਬਹੁਤ ਵੱਡੀ ਸ਼ਕਤੀ ਹੈ। ਜਿੱਧਰਲੇ ਪਾਸੇ ਜੁੜ ਜਾਏ ਉਧਰ ਦੀ ਪਾਵਰ ਵੱਧਦੀ। ਮਨ ਮਾਇਆ ਮੈਂ ਰਮ ਰਹਿਓ,
ਇਹਨੂੰ ਮਹਾਰਾਜ ਕਹਿੰਦੇ ਇਹ ਮਨ ਸ਼ਕਤੀ, ਇਹ ਮਨ ਸੀਓ, ਇਹ ਮਨ ਪੰਜ ਤੱਤ ਕੋ ਜੀਓ। ਸੋ ਮਾਇਆ ਕਿਸੇ ਨਾ ਕਿਸੇ ਰੂਪ ਵਿੱਚ, ਇੱਥੋਂ ਤੱਕ ਮਹਾਰਾਜ ਜੀ ਨੇ ਕਹੇ ਤਾਂ ਵੱਡੇ ਵੱਡੇ ਗਿਆਨੀਆਂ ਨੂੰ ਨਹੀਂ ਛੱਡਦੇ। ਹਉਮੈ ਸੂਖਮ ਰੂਪ ਵਿੱਚ ਉਹ ਆ ਜਾਂਦੀ। ਜੋ ਜਾਣੈ ਹੋ ਭਗਤ ਗਿਆਨੀ, ਦੇਖੋ ਇਹਦੇ ਵਿੱਚ ਆਮ ਬੰਦੇ ਦਾ ਕੋਈ ਜ਼ਿਕਰ ਨਹੀਂ, ਭਗਤਾਂ ਦਾ ਤੇ ਗਿਆਨਵਾਨ ਬੰਦਿਆਂ ਦਾ। ਕਹਿੰਦੇ ਜੋ ਜਾਣੈ ਹੋ ਭਗਤ ਗਿਆਨੀ, ਅੱਗੇ ਠਾਕੁਰ ਤਿਲ ਨਹੀਂ ਮਾਨੀ। ਹੋਂ ਦੇ ਰੂਪ ਵਿੱਚ ਮਾਇਆ ਆਈ, ਰੱਬ ਦੀ ਨਜ਼ਰ ਵਿੱਚ ਤਿਲ ਜਿੰਨੀ ਵੀ ਉਹ ਭਗਤ ਦੀ ਤੇ ਗਿਆਨੀ ਦੀ ਕੀਮਤ ਨਹੀਂ ਹੈ। ਜੋ ਜਾਣੈ ਹੋ ਕਥਨੀ ਕਰਤਾ, ਵਿਉਪਾਰੀ ਵਸਦਾ ਜਿਉ ਫਿਰਤਾ। ਕਹਿੰਦੇ ਜੇ ਉਹ ਸਮਝੇ ਮੈਂ ਤਾਂ ਬਹੁਤ ਗਿਆਨਵਾਨ, ਤਾਂ ਉਹ ਅਕਾਲ ਪੁਰਖ ਦੇ ਇਸ ਗਿਆਨ ਨੂੰ ਰੱਬ ਦੇ ਮਾਰਗ ਤੇ ਤੁਰਨ ਵਾਸਤੇ ਨਾ ਵਰਤੇ, ਸਗੋਂ ਹੰਕਾਰ ਕਰ ਲਵੇ, ਤਾਂ ਫਿਰ ਰੱਬ ਦੀ ਨਜ਼ਰ ਵਿੱਚ ਇੱਦਾਂ ਹੈ ਜਿਵੇਂ ਕੋਈ ਵਪਾਰੀ ਧਰਤੀ ਦਾ ਭ੍ਰਮਣ ਕਰ ਰਿਹਾ, ਜਿਵੇਂ ਕੋਈ ਰੇਸ਼ਮ ਵੇਚਦਾ ਹੋਵੇ, ਆਪ ਖੱਦਰ ਪਾਇਆ ਹੋਵੇ, ਸੌਗੀ ਬਦਾਮ ਵੇਚਦਾ ਹੋਵੇ, ਆਪ ਉਹ ਸੁੱਕਾ ਪ੍ਰਸ਼ਾਦਾ ਛਕਦਾ ਹੋਵੇ, ਸੋਨੇ ਦਾ ਵਪਾਰੀ ਹੋਵੇ, ਆਪ ਉਹਦੇ ਕੋਲ ਸੋਨਾ ਨਾ ਹੋਵੇ। ਇੱਦਾਂ ਮਹਾਰਾਜ ਜੀ ਕਹਿੰਦੇ ਭਾਈ ਇਹ ਜਿਨ੍ਹਾਂ ਨੂੰ ਮਾਇਆ ਠੱਗ ਲੈਂਦੀ, ਉਹਨਾਂ ਨੂੰ ਰਸਤੇ ਤੋਂ ਭਟਕਾ ਦਿੰਦੀ, ਫਿਰ ਇਸ ਤਰ੍ਹਾਂ ਚਿੰਬੜ ਜਾਂਦੀ। ਤਾਂ ਮਹਾਰਾਜ ਜੀ ਸਮਝਾਉਂਦੇ, ਹੇ ਮਿੱਤਰ, ਇੱਦਾਂ ਇਹ ਮਨ ਲੱਗ ਗਈ ਜਿਵੇਂ ਚਿੱਤਰ ਜਿਹੜਾ ਕੰਧ ਉੱਤੇ ਚਿਤਰਿਆ ਹੋਇਆ, ਉਹ ਮੂਰਤ ਕੰਧ ਨੂੰ ਛੱਡਦੀ ਨਹੀਂ। ਇੱਦਾਂ ਮਾਇਆ ਜਿਹੜੀ ਹੈ ਇਹ ਮਨੁੱਖੀ ਮਨ ਨੂੰ ਤਿਆਗਦੀ ਨਹੀਂ। ਮਨ ਇਸ ਮਾਇਆ ਤੋਂ ਪਰੇ ਨਹੀਂ ਹੁੰਦਾ। ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਸਮਝਾਉਂਦੇ, ਭਾਈ ਅਰਦਾਸ ਕਰ, ਫਿਰ ਕੋਈ ਤਰੀਕਾ ਹੈ, ਇਸ ਮਾਇਆ ਤੋਂ ਬਚਣ ਦਾ ਹੋਰ ਕੋਈ ਤਰੀਕਾ ਨਹੀਂ। ਆਪਣੇ ਗੁਰੂ ਨੂੰ ਕਿਹਾ ਕਰ, ਰਾਖ ਪਿਤਾ ਪ੍ਰਭ ਮੇਰੇ, ਮੋਹਿ ਨਿਰਗੁਣ ਸਭ ਗੁਣ ਤੇਰੇ। ਪੰਚ ਵਿਖਾਦੀ ਏਕ ਗਰੀਬਾ, ਰਾਖੋ ਰਾਖਣ ਹਾਰੇ। ਖੇਦ ਕਰੈ ਅਰ ਬਹੁਤ ਸੰਤਾਵੇ, ਆਇਓ ਸ਼ਰਨ ਤੁਹਾਰੇ। ਫਿਰ ਅਰਦਾਸ ਹੀ ਬਚਾਉਂਦੀ, ਕਰ ਕਰ ਹਾਰਿਓ ਅਨਕ ਬਪਾਤੀ, ਛੋੜਨੇ ਕਤੂ ਨਾਹੀ। ਏਕ ਬਾਤ ਸੁਣਤਾ ਕੀ ਓਟਾ, ਸਾਧ ਸੰਗ ਮਿਟ ਜਾਹੀ। ਸਤਿਗੁਰੂ ਕਿਰਪਾ ਕਰਨ। ਆਪਾਂ ਅਰਦਾਸ ਬੇਨਤੀ ਕਰੀਏ, ਪਾਤਸ਼ਾਹ ਸਾਨੂੰ ਇਸ ਮਾਇਆ ਦੇ ਜਾਲ ਤੋਂ ਬਚਾਓ, ਤਾਂ ਜੋ ਇਹ ਰਹਿੰਦਾ ਹੋਇਆ ਜੀਵਨ ਜਨਮ ਲਿਖੇ ਵਿੱਚ ਲੱਗ ਸਕੇ। ਰਹਿੰਦਾ ਜੀਵਨ ਆਪਾਂ ਨਾਮ ਜਪ ਕੇ ਅਕਾਲ ਪੁਰਖ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰ ਸਕੀਏ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਭੁੱਲ ਚੁੱਕ ਦੀ ਖਿਮਾ ਬਖਸ਼ਣੀ। ਸਮੂਹ ਸਾਧ ਸੰਗਤ ਦਾ ਧੰਨਵਾਦ। ਆਧੁਨਿਕ ਮੀਡੀਆ ਦੇ ਯੁੱਗ ਵਿੱਚ ਜੋ ਆਪ ਦੇਸ਼ ਵਿਦੇਸ਼ ਦੀਆਂ ਸੰਗਤਾਂ ਤੱਕ ਇਹ ਜੋ AVP ਸਾਂਝਾ ਚੈਨਲ ਵੱਲੋਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹਨ, ਆਪ ਸੰਗਤਾਂ ਤੱਕ ਇਹ ਕਥਾ ਵਿਚਾਰ ਪਹੁੰਚਾ ਰਹੇ ਹਨ। ਸਤਿਗੁਰੂ ਇਹਨਾਂ ਦੀ ਵੀ ਸੇਵਾ ਪ੍ਰਵਾਨ ਕਰਨ। ਆਓ ਪਿਆਰ ਨਾਲ ਸ਼ਲੋਕ ਪੜ੍ਹ ਕੇ ਸਮਾਪਤੀ ਕਰੀਏ। ਮਨ ਮਾਇਆ ਮੈਂ ਰਮ ਰਹਿਓ, ਨਿਕਸਿਤ ਨਾਹੇ ਨਾ ਮੀਤ। ਨਾਨਕ ਮੂਰਤ ਚਿਤਰ ਜਿਉ, ਛਾਡਤ ਨਾਹੇ ਨਾ ਪੀਤ। ਭੁੱਲ ਚੁੱਕ ਦੀ ਖਿਮਾ ਬਖਸ਼ਣੀ। ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।